ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਜੀ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇਟਲੀ ਦੀ ਸਿਚੁਏਸ਼ਨ, ਫਿਰ ਦੇਖਾਂਗੇ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਨੇ ਖਬਰਾਂ ਨੇ। ਕੱਲ੍ਹ ਇਟਲੀ ਦੇ ਵਿੱਚ 4845 ਕੇਸ ਆਇਆ ਸੀ, 3615 ਜਿਹੜੇ ਮਰੀਜ਼ ਠੀਕ ਹੋਏ ਸਨ, ਪਰ ਅੱਜ ਜਿਹੜੀ ਆ ਕੇਸਾਂ ਦੀ ਗਿਣਤੀ ਬਦਲ ਗਈ ਆ। ਇਟਲੀ ਦੇ ਵਿੱਚ ਇੱਕ ਵਾਰ ਫਿਰ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਜੀ। 6596 ਨਵਾਂ ਕੇਸ ਰਜਿਸਟਰ ਹੋਇਆ, 6596 ਨਵਾਂ ਕੇਸ ਰਜਿਸਟਰ ਹੋਇਆ। ਗੱਲ ਜੇ ਠੀਕ ਹੋਣ ਵਾਲੇ ਬੰਦਿਆਂ ਦੀ ਕਰੀਏ ਤਾਂ ਅੱਜ ਇਟਲੀ ਦੇ ਵਿੱਚ 3565 ਬੰਦਾ ਠੀਕ ਹੋਇਆ ਜੀ। 97220 ਇਟਲੀ ਦੇ ਵਿੱਚ ਅੱਜ ਵੀ ਪੋਜ਼ਿਟਿਵ ਬੰਦਾ ਮੌਜੂਦ ਹੈ ਜੀ। ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ 69.8 ਮਿਲੀਅਨ ਬੰਦਿਆਂ ਨੂੰ ਇਟਲੀ ਦੇ ਵਿੱਚ ਜਿਹੜੀ ਵੈਕਸੀਨ ਲੱਗ ਚੁੱਕੀ ਹੈ ਜੀ। ਪਹਿਲਾ ਡੋਜ਼ ਅਤੇ ਦੂਸਰਾ ਡੋਜ਼ 33.1 ਮਿਲੀਅਨ ਬੰਦਿਆਂ ਨੂੰ ਇਟਲੀ ਦੇ ਵਿੱਚ ਲੱਗ ਚੁੱਕਾ ਹੈ ਜੀ। ਹੁਣ ਇੱਕ ਨਿਗਾਹ ਮਾਰਦੇ ਜੀ ਖਬਰਾਂ ਦੇ, ਉਸ ਤੋਂ ਬਾਅਦ ਅਸੀਂ ਬੋਨਸ ਮੋਬਿਲੀ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ, ਜਿਹੜੇ ਆਪਣੇ ਫਿਜ਼ੀਓਲੋਜੀ ਉਹਨਾਂ ਨੇ ਦੱਸਿਆ ਕਿ ਸਕੂਲਾਂ ਦੇ ਵਿੱਚ ਜਿੰਨਾ ਵੀ ਪਰਸੋਨਲ ਸਕੋਲਾਸਟਿਕੋ ਜਿੰਨੇ ਵੀ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ 20 ਅਗਸਤ ਦਾ ਟਾਈਮ ਦਿੱਤਾ ਜੀ। ਡੈਡਲਾਈਨ ਦਿੱਤੀ ਹੈ ਜੀ 20 ਅਗਸਤ ਦੀ। ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੀ ਵੈਕਸੀਨ ਲੱਗਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇਕਰ 20 ਅਗਸਤ ਤੋਂ ਪਹਿਲਾਂ ਵੈਕਸੀਨ ਨਾ ਲੱਗੀ ਤਾਂ ਫਿਰ 20 ਅਗਸਤ ਨੂੰ ਹੀ ਦੱਸਣਗੇ ਉਹਨਾਂ ਦਾ ਕੀ ਕੀਤਾ ਜਾਣਾ। ਜੋ ਹਜੇ 17-18% ਬੰਦੇ ਰਹਿੰਦੇ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਘਰ ਬਿਠਾਇਆ ਜਾਵੇ ਜੀ। ਯੂਰਪ ਦੀ ਜਿਹੜੀ ਮੈਡੀਕਲ ਏਜੰਸੀ ਹੈ ਜੀ, ਉਹ ਪੂਰੇ ਯੂਰਪ ਨੂੰ ਇਸ ਟਾਈਮ ਹਿਦਾਇਤ ਦੇ ਰਹੀ ਹੈ, ਸਲਾਹ ਦੇ ਰਹੀ ਹੈ ਕਿ ਇਸ ਟਾਈਮ ਸੋਸ਼ਲ ਡਿਸਟੈਂਸ ਅਤੇ ਜਿਹੜਾ ਮਾਸਕ ਵਾ ਨਾ ਲਾਇਓ। ਭਾਵੇਂ ਸਰਕਾਰਾਂ ਕਹਿ ਰਹੀਆਂ ਨੇ ਕਿਸੇ ਕਿਸੇ ਪਾਸੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ, ਪਰ ਤੁਸੀਂ ਆਪਣੀ ਅਤੇ ਆਪਣੇ ਘਰ ਪਰਿਵਾਰ ਦੀ ਸੇਫਟੀ ਦੇ ਲਈ ਸੋਸ਼ਲ ਡਿਸਟੈਂਸ ਅਤੇ ਜਿਹੜਾ ਮੂੰਹ 'ਤੇ ਮਾਸਕ ਹੈ ਇਹਦੀ ਵਰਤੋਂ ਕਰਦੇ ਰਹੋ ਜੀ। ਇਹਦਾ ਕਾਰਨ ਇਹ ਵੀ ਹੈ ਜੀ ਕਿ ਇਸ ਟਾਈਮ ਦੱਸਿਆ ਜਾ ਰਿਹਾ ਕਿ WHO ਜਿਹਨੂੰ ਅਸੀਂ ਆਰਗੇਨਾਈਜ਼ੇਸ਼ਨ ਮੁੰਡੀਅਲੇ ਡੈਲਾ ਸੈਨਿਟà ਵੀ ਕਹਿੰਦੇ ਹਾਂ, ਦੱਸ ਰਹੇ ਨੇ ਕਿ ਇੱਕ ਹਫ਼ਤੇ ਦੇ ਵਿੱਚ ਤਕਰੀਬਨ 200 ਮਿਲੀਅਨ ਕੇਸ ਆਉਣ ਦਾ ਖਤਰਾ। ਚਾਈਨਾ, ਇੰਡੋਨੇਸ਼ੀਆ, ਜਾਪਾਨ, ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਵਾਰ ਕੇਸਾਂ ਦੀ ਗਿਣਤੀ ਫਿਰ ਸ਼ੁਰੂ ਹੋ ਗਈ ਹੈ ਜੀ ਵਧਣੀ। ਜਾਪਾਨ ਦੀ ਗੱਲ ਕਰੀਏ ਤਾਂ ਇਸ ਟਾਈਮ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ 14,000 ਇੱਕ ਦਿਨ ਦੇ ਵਿੱਚ ਉੱਥੇ ਕੇਸ ਰਜਿਸਟਰ ਹੋਏ ਹੋਣ। ਯੂਰਪ ਨੇ 200 ਮਿਲੀਅਨ ਡੋਜ਼ਾਂ ਲਈਆਂ ਜੀ ਨੋਵਾਵਾਕਸ ਦੀਆਂ, ਜੋ ਕਿ ਅਮਰੀਕਾ ਦੀ ਇੱਕ ਵੈਕਸੀਨ ਆ, ਅਤੇ ਇਹਨੂੰ ਟੈਸਟ ਕੀਤਾ ਗਿਆ। ਦੱਸਿਆ ਗਿਆ ਕਿ ਇਹ ਜਿਹੜੀ ਵੈਕਸੀਨ ਆ ਬਹੁਤ ਹੀ ਵਧੀਆ, ਇਸ ਕਰਕੇ ਇਹਨੂੰ ਵੀ ਹੁਣ ਯੂਰਪ ਦੇ ਵਿੱਚ ਮਾਨਤਾ ਪ੍ਰਾਪਤ ਹੋ ਗਈ ਹੈ ਜੀ। ਵੱਧਦੇ ਹਾਂ ਜੀ ਹੁਣ ਆਪਾਂ ਸਿੱਧਾ ਹੀ ਆਪਣੇ ਬੋਨਸ ਮੋਬਿਲੀ ਵੱਲ ਨੂੰ। ਬੋਨਸ ਮੋਬਿਲੀ ਦੇ ਨਾਲ ਤੁਹਾਨੂੰ 16,000 ਯੂਰੋ ਤੱਕ ਪੈਸੇ ਵਾਪਸ ਆ ਸਕਦੇ ਆ। ਪੈਸੇ ਜੋ ਕਿ ਜੇਕਰ ਤੁਸੀਂ ਡਬਲ ਪੈਸੇ ਲਾਓਗੇ ਤਾਂ ਉਹਦੇ ਵਿੱਚ ਤੁਹਾਨੂੰ 16,000 ਯੂਰੋ ਤੱਕ ਉਹਦੇ 50% ਜਿਹੜੇ ਪੈਸੇ ਵਾਪਸ ਆ ਜਾਣੇ ਆ ਜੀ। ਇਹ ਪੈਸੇ ਤੁਹਾਨੂੰ ਕਿਹੜੀਆਂ ਚੀਜ਼ਾਂ ਲਈ ਆ ਸਕਦੇ ਆ? ਪੈਸੇ ਤੁਹਾਨੂੰ ਜੇ ਤੁਸੀਂ ਆਪਣਾ ਘਰ ਦੇ ਕਮਰੇ ਖਰੀਦੋਗੇ, ਬੈੱਡ ਖਰੀਦੇ ਆ, ਅਲਮਾਰੀਆਂ ਖਰੀਦੀਆਂ, ਕਿਚਨਾਂ ਖਰੀਦੀਆਂ, ਜਾਂ ਟੇਬਲ ਖਰੀਦੇ ਆ, ਕੁਰਸੀਆਂ ਖਰੀਦੀਆਂ, ਇਹ ਜਿਹੜਾ ਸਮਾਨ ਆ ਜੇਕਰ ਤੁਸੀਂ ਇਹਨਾਂ ਦਾ ਕੁਛ ਵੀ ਸਮਾਨ ਖਰੀਦਿਆ ਤਾਂ ਇਹਨਾਂ ਦੇ ਜਿਹੜੇ ਪੈਸੇ ਆ 50% ਤੁਹਾਨੂੰ ਵਾਪਸ ਆ ਜਾਣੇ। ਇੱਥੇ ਤੱਕ ਕਿ ਜੇਕਰ ਲਾਈਟਾਂ ਵਗੈਰਾ ਵੀ ਖਰੀਦੀਆਂ ਨੇ ਇਹਦੇ ਵੀ ਪੈਸੇ ਆ ਜਾਣੇ। ਪਰ ਇਹਦੇ ਨਾਲ ਇਹੀ ਨਹੀਂ, ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਫਰਿੱਜ ਨਵੀਂ ਖਰੀਦੀ ਆ, ਲਾਵਾਤਰੀ 'ਚ ਫਰਿੱਜ ਖਰੀਦੀ ਆ, ਤੁਸੀਂ ਆਪਣੇ ਵਾਸ਼ਿੰਗ ਮਸ਼ੀਨ ਖਰੀਦੀ ਆ, ਕੱਪੜੇ ਸੁਕਾਉਣ ਵਾਲੀ ਮਸ਼ੀਨ ਖਰੀਦੀ ਆ, ਭਾਂਡੇ ਧੋਣ ਵਾਲੀ ਮਸ਼ੀਨ ਖਰੀਦੀ ਆ, ਜਾਂ ਫੋਰਨੋ ਖਰੀਦੀ ਜਿਹਨੂੰ ਓਵਨ ਕਹਿੰਦੇ ਆ, ਸਤੂਫੇ, ਇਲੈਕਟ੍ਰੋਨਿਕ ਸਤੂਫੇ ਜਿਹੜੇ ਹੁੰਦੇ ਉਹ ਖਰੀਦੇ ਨੇ, ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਲੈਕਟ੍ਰੋਨਿਕ ਚੀਜ਼ ਚੱਲਦੀ ਆ ਉਹ ਖਰੀਦੀ ਆ, ਤਾਂ ਉਸ ਸਿਚੁਏਸ਼ਨ ਦੇ ਵਿੱਚ ਵੀ ਤੁਹਾਡੇ ਜਿਹੜੇ ਪੈਸੇ ਆ 50% ਵਾਪਸ ਆ ਜਾਣੇ ਆ। ਪਰ ਇਹਦੇ ਵਿੱਚ ਇਲੈਕਟ੍ਰੋਨਿਕ ਜਿਹੜਾ ਬੋਨਸ ਇਲੈਕਟ੍ਰੋ ਡੋਮੈਸਟਿਕੋ ਜਿਹੜਾ ਹੁੰਦਾ, ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਕੁਛ ਇੱਦਾਂ ਹੈ ਕਿ ਤੁਹਾਡਾ ਜਿਹੜਾ ਸਮਾਨ ਖਰੀਦਿਆ A+ ਦਾ ਹੋਣਾ ਚਾਹੀਦਾ ਜੀ। 1 ਮਾਰਚ 2021 ਤੋਂ ਬਾਅਦ ਜਿਹੜੇ ਕੈਟੇਗਰੀਆਂ ਥੋੜ੍ਹੀਆਂ ਚੇਂਜ ਹੋ ਗਈਆਂ। ਜਿਹੜੀਆਂ ਪਹਿਲਾਂ A ਚੱਲ ਰਹੀ ਸੀ ਉਹ D ਬਣ ਗਈ ਹੈ, ਅਤੇ ਜਿਹੜੀ A3+ ਸੀਗੀ A+++, ਉਹ ਹੁਣ A ਬਣ ਚੁੱਕੀ ਹੈ ਜੀ। ਇਸ ਕਰਕੇ ਜੇਕਰ ਤੁਸੀਂ A+ ਤੋਂ ਉੱਤੇ ਵਾਲਾ ਸਮਾਨ ਖਰੀਦਿਆ ਤਾਂ ਹੀ ਤੁਸੀਂ ਇਹਨਾਂ ਦੇ ਹੱਕਦਾਰ ਹੋਵੋਗੇ ਜੀ। ਪਰ ਇੱਕ ਪਾਰਾ ਇਹਦੇ ਵਿੱਚ ਬਹੁਤ ਹੀ ਜ਼ਰੂਰੀ ਹੈ, ਉਹ ਕਿਹੜੀ ਹੈ ਜੀ? ਇਹ ਸਭ ਸਮਾਨ ਖਰੀਦਣ ਦੇ ਸਮਾਨ ਦੇ ਉੱਤੇ ਡਿਸਕਾਊਂਟ ਲੈਣ ਦੇ ਲਈ, ਇਹ ਸਾਰਾ ਸਮਾਨ ਦੇ ਪੈਸੇ 16,000 ਯੂਰੋ ਵਾਪਸ ਲੈਣ ਦੇ ਲਈ ਸਰਕਾਰ ਕਹਿ ਰਹੀ ਹੈ ਕਿ ਤੁਹਾਡੇ ਹੱਥ ਇੱਕ ਮੇਨ ਕੁੰਜੀ ਹੋਣੀ ਚਾਹੀਦੀ ਹੈ ਜੋ ਕਿ ਦਰਵਾਜ਼ੇ ਖੋਲ੍ਹਦੇ ਆ ਬੋਨਸ ਦੀ। ਉਹ ਕਿਹੜੀ ਹੈ ਜੀ? ਕਿ ਤੁਸੀਂ ਘਰਾਂ ਦੇ ਵਿੱਚ ਮਾਨੂਟੈਂਸੀਓਨੇ ਸਟਰਾਓਰਡੀਨਾਰੀਆ ਕਰਾਇਆ ਹੋਵੇ, ਰੇਸਤਾਊਰੋ ਕਰਾਈ ਹੋਵੇ, ਜਾਂ ਫਿਰ ਰੀਸਾਨਾਮੈਂਟੋ ਕਰਾਇਆ ਹੋਵੇ। ਦੇਖੋ ਜੀ ਪਹਿਲਾਂ ਸਟਰਾਓਰਡੀਨਾਰੀਆ ਦੇਖਦੇ। ਮਾਨੂਟੈਂਸੀਓਨੇ ਸਟਰਾਓਰਡੀਨਾਰੀਆ ਕੀ ਹੁੰਦਾ? ਤੁਸੀਂ ਆਪਣੇ ਘਰ ਦੀ ਛੱਤ ਬਦਲਾਈ ਆ, ਜਾਂ ਫਿਰ ਤੁਸੀਂ ਰੇਸਤਾਊਰੋ, ਜਾਂ ਫਿਰ ਉਸ ਚੀਜ਼ ਨੂੰ ਟੁੱਟੀ ਹੋਈ ਕੰਧ ਆ, ਟੁੱਟਿਆ ਹੋਇਆ ਪਾਸਾ, ਗੈਰੇਜ ਨੂੰ ਠੀਕ ਕੀਤਾ, ਕੋਈ ਟੁੱਟ ਭੱਜ ਕੀਤੀ, ਉਹ ਹੁੰਦਾ ਮਾਨੂਟੈਂਸੀਓਨੇ ਸਟਰਾਓਰਡੀਨਾਰੀਆ। ਇੱਕ ਹੁੰਦਾ ਮਾਨੂਟੈਂਸੀਓਨੇ ਆਰਡੀਨਾਰੀਆ, ਜਿੱਦਾਂ ਅੰਦਰ
ਕਮਰਿਆਂ ਦੇ ਵਿੱਚ ਰੰਗ ਕਰਨਾ, ਫਰਸ਼ ਬਦਲਣਾ ਜਾਂ ਫਿਰ ਦਰਵਾਜ਼ੇ ਬਦਲਣੇ, ਤਾਕੀਆਂ ਬਦਲਣੀਆਂ, ਇਹ ਜਿਹੜੇ ਆ ਇਹਦੇ ਵਿੱਚ ਨਹੀਂ ਆਉਂਦੇ, ਕਿਉਂਕਿ ਰੰਗ ਦਾ ਬੰਦਾ ਆਪ ਵੀ ਕਰ ਸਕਦਾ, ਛੱਤ ਬੰਦਾ ਬਦਲ ਸਕਦਾ, ਪਰ ਸਪੈਸ਼ਲ ਇਹਦੇ ਲਈ ਬੰਦੇ ਚਾਹੀਦੇ ਆ। ਜੇਕਰ ਤੁਸੀਂ ਛੱਤ ਬਦਲਾਈ ਆ, ਕੋਈ ਆਪਣਾ ਬਾਨੀਆਂ ਤੋੜ ਕੇ ਨਵਾਂ ਬਣਾਇਆ, ਜਾਣੀ ਕਿ ਭੰਨ ਤੋੜ ਕਰਕੇ ਮਿਸਤਰੀ ਆਏ ਆ ਤੁਹਾਡੇ ਘਰ ਦੇ ਵਿੱਚ, ਮੂਹਰਾ ਤੋਰੀ ਆਏ ਆ ਅਤੇ ਤੁਹਾਡੇ ਕੋਲ ਐਗਜ਼ੈਕਟ ਉਹਨਾਂ ਨੇ ਫਤੂਰਾ ਤੁਹਾਨੂੰ ਬਣਾ ਕੇ ਦਿੱਤਾ, ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਆ ਉਸ ਚੀਜ਼ ਦੇ, ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੱਕਦਾਰ ਹੋ ਜੀ ਇਹ 50% ਡਿਸਕਾਊਂਟ ਲੈਣ ਦੇ। ਅਤੇ ਜਿਹੜਾ 16,000 ਯੂਰੋ ਤੱਕ ਤੁਹਾਨੂੰ ਮਿਲਣਾ ਜੀ, ਇਹ ਮਿਲਣਾ ਤੁਹਾਨੂੰ ਜਿਹੜੀ ਫਿਰ ਸੈਤੇ ਤਰੈਂਤਾ ਤੁਸੀਂ ਕਰਦੇ ਆ ਜਾਂ ਫਿਰ ਉਨੀਕੋ ਤੁਸੀਂ ਕਰਦੇ ਹੋ, ਜੋ ਵੀ ਤੁਸੀਂ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਰਿੰਬੋਰਸ ਪੈਸੇ ਵਾਪਸ ਮਿਲਣੇ ਆ ਜੀ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ 16,000 ਆ ਤੁਹਾਨੂੰ ਤਕਰੀਬਨ 10 ਰਾਤਿਆਂ ਦੇ ਵਿੱਚ ਮਿਲਣੇ ਆ। ਤੁਸੀਂ ਹੁਣ ਮੰਨ ਲਓ 32,000 ਯੂਰੋ ਦਾ ਤੁਸੀਂ ਸਮਾਨ ਖਰੀਦ ਲਿਆ, ਤੁਸੀਂ 16,000 ਯੂਰੋ ਦੇ ਹੱਕਦਾਰ ਹੋ, ਹਰ ਸਾਲ ਤੁਹਾਨੂੰ 1600 ਮਿਲਣਾ ਹੀ ਮਿਲਣਾ। ਬਾਕੀ ਹੋਰ ਜਿਹੜੇ ਸੈਤੇ ਤਰੈਂਤਾ 'ਚ ਤੁਹਾਡੇ ਪੈਸੇ ਆਣੇ ਉਹ ਤਾਂ ਆਣੇ ਹੀ ਆ, ਪਰ ਇਹ 1600 ਯੂਰੋ ਜਿਹੜਾ ਵੱਖਰਾ ਐਡ ਹੋ ਜਾਣਾ ਜੀ। ਅੱਛਾ, ਇਸ ਤੋਂ ਬਾਅਦ ਜੇਕਰ ਇੱਕ ਹੋਰ ਬੋਨਸ ਆ ਜੀ, ਜਿਹਨੂੰ ਅਸੀਂ ਜਿਸ ਦਾ ਨਾਮ ਦਿੱਤਾ ਗਿਆ ਜੀ ਬੋਨਸ ਸਿਕੁਰੈਂਸਾ। ਹੁਣ ਬੋਨਸ ਸਿਕੁਰੈਂਸਾ ਕੀ ਹੈ ਜੀ? ਘਰਾਂ ਦੇ ਵਿੱਚ ਤੁਸੀਂ ਕੋਈ ਘਰ ਖਰੀਦਿਆ, ਕੋਈ ਪੁਰਾਣਾ ਹੈ, ਕੋਈ ਨਵਾਂ ਆ, ਚੋਰਾਂ ਤੋਂ ਚੋਰੀ ਦਾ ਡਰ ਆ ਬੰਦੇ ਨੂੰ, ਕਿ ਬੰਦਾ ਕਹਿੰਦਾ ਯਾਰ ਮੈਂ ਘਰ ਦੇ ਵਿੱਚ ਕੋਈ ਕੈਮਰਾ ਲਵਾ ਲਵਾਂ, ਘਰ ਦੇ ਵਿੱਚ ਗਰਿੱਲਾਂ ਲਵਾ ਲਵਾਂ, ਮੈਂ ਘਰ ਦੇ ਵਿੱਚ ਲੋਹੇ ਦਾ ਗੇਟ ਲਵਾ ਲਵਾਂ ਜਿਹੜਾ ਭਾਰਾ ਹੋਵੇ, ਜਿਹੜਾ ਚੋਰ ਨੇ ਤਾਂ ਕੀ ਖੋਲ੍ਹਣਾ, ਬੰਦਾ ਆਪ ਹੀ ਖੋਲ੍ਹਣ ਵੇਲੇ ਮਾੜਾ ਜਿਹਾ ਔਖਾ ਹੋਵੇ। ਹੁਣ ਇਹ ਜਿਹੜੇ ਗੇਟ ਵਾ ਇਹਦੇ ਵਿੱਚ ਵੀ ਸਰਕਾਰ ਦੇ ਰਹੀ ਆ 50% ਤੱਕ ਤੁਹਾਨੂੰ ਪੈਸੇ ਦੇ ਰਹੀ ਆ ਵਾਪਸ। ਤੁਸੀਂ 1000 ਦਾ ਲਾਓ, 10,000 ਦਾ ਲਾਓ, 96,000 ਤੱਕ ਤੁਹਾਨੂੰ ਛੂਟ ਦਿੱਤੀ ਹੈ ਕਿ 96,000 ਤੱਕ ਪੈਸਾ ਖਰਚੋ, ਤੁਹਾਨੂੰ ਅਸੀਂ ਉਹਦਾ ਅੱਧ ਵਾਪਸ ਦੇਵਾਂਗੇ ਜੀ। 31 ਦਸੰਬਰ 2021 ਦੇ ਵਿੱਚ ਘਰਾਂ ਦੇ ਵਿੱਚ ਕੈਮਰੇ ਲਾਣੇ ਆ, ਤੁਸੀਂ ਆਪਣੇ ਜਿਹੜੇ ਆ ਦਰਵਾਜ਼ੇ ਆ ਲੋਹੇ ਦੇ ਜਿਹੜੇ ਲਵਾਉਣੇ ਆ, ਜਾਂ ਅੱਗ ਵਾਲੇ ਦਰਵਾਜ਼ੇ ਲਾਣੇ ਜਿਹਨਾਂ ਨੂੰ ਅੱਗ ਨਹੀਂ ਲੱਗਦੀ, ਜਾਂ ਫਿਰ ਤੁਸੀਂ ਗਰਿੱਲਾਂ ਲਵਾਉਣੀਆਂ ਬਾਹਰ ਆਊਟਸਾਈਡ, ਜਾਂ ਫਿਰ ਤੁਸੀਂ ਜਿਹੜੀਆਂ ਕੰਧਾਂ ਉੱਚੀਆਂ ਕਰਦੀਆਂ ਜਿਨ੍ਹਾਂ ਦੇ ਉੱਤੇ ਆਪਾਂ ਕੀ ਲਾਇਆ ਹੁੰਦਾ, ਗਰਿੱਲਾਂ ਲੋਹੇ ਦੇ ਸੂਏ ਜਿਹੇ ਲਾਏ ਹੁੰਦੇ ਕਿ ਜਿਹੜਾ ਬੰਦਾ ਚੜ੍ਹਨ ਲੱਗੇ ਤਾਂ ਉਹਦੇ ਹੱਥ 'ਚ ਫਸ ਜਾਵੇ, ਜਾਂ ਕੱਪੜੇ ਦਾ ਬੰਦਾ ਟੰਗਿਆ ਰਹਿ ਜਾਵੇ। ਉਹ ਜਿਹੜਾ ਜੇਕਰ ਇਹ ਚੀਜ਼ਾਂ ਤੁਸੀਂ ਲਵਾਉਣੀਆਂ ਜਾਂ ਫਿਰ ਗਰਿੱਲਾਂ ਹੁੰਦੀਆਂ, ਜਿਹੜਾ ਦਰਵਾਜ਼ਾ ਗਰਿੱਲਾਂ ਵਾਲਾ ਹੁੰਦਾ ਜਿੱਦਾਂ ਕਿ ਬੈਂਕਾਂ ਦੇ ਵਿੱਚ ਹੁੰਦਾ ਨੋਰਮਲੀ ਆਪਾਂ ਦੇਖਿਆ, ਜੇਕਰ ਉੱਦਾਂ ਦਾ ਲਵਾਉਣਾ ਹੋਵੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਵੀ ਤੁਹਾਨੂੰ ਜਿਹੜੇ ਪੈਸੇ ਵਾਪਸ ਮਿਲਣੇ ਆ। ਅੱਛਾ, ਇਹਦੇ ਵਿੱਚ ਇੱਕ ਜ਼ਰੂਰੀ ਗੱਲ ਇਹ ਹੈ ਕਿ ਸਿਰਫ ਜਿਹੜਾ ਪੈਸਾ 50% ਤੁਹਾਨੂੰ ਵਾਪਸ ਆਣਾ ਉਹ ਆਣਾ ਜਿਹੜਾ ਤੁਸੀਂ ਸਮਾਨ ਖਰੀਦਿਆ, ਉਸ ਤੋਂ ਬਾਅਦ ਜਿਹੜੀ ਉੱਤੇ ਜਿਹੜਾ ਉਹਦੀ ਮੇਨਟੇਨੈਂਸ ਦਾ ਖਰਚਾ ਹੈ ਉਹ ਤੁਹਾਡਾ ਹੈ। ਮੰਨ ਲਓ ਤੁਸੀਂ ਘਰ ਦੇ ਵਿੱਚ ਲਵਾਉਣੇ ਆ ਜੀ ਕੈਮਰੇ, ਹੁਣ ਕੈਮਰੇ ਕਿੰਨੇ ਦੇ ਲੱਗਦੇ ਆ? ਮੰਨ ਲਓ ਸਿਸਟਮ ਕੈਮਰੇ ਦਾ ਲੱਗ ਗਿਆ ਤੁਹਾਡੇ 700, 800, 1000 ਯੂਰੋ ਦਾ ਲੱਗ ਗਿਆ। ਉਸ 1000 ਯੂਰੋ ਦੇ ਵਿੱਚੋਂ ਤੁਸੀਂ 500 ਦੇ ਹੱਕਦਾਰ ਹੋ, ਅਤੇ ਉਸ ਤੋਂ ਬਾਅਦ ਜੇਕਰ ਸਾਲ ਦਾ ਖਰਚਾ ਤੁਹਾਡਾ 200-400 ਰੁਪਈਆ ਜਾਂ 100 ਰੁਪਈਆ ਜਿੰਨਾ ਵੀ ਤੁਹਾਡਾ ਉਸ ਕੈਮਰਿਆਂ ਦੇ ਉੱਤੇ ਆਉਂਦਾ ਹੈ ਜੀ, ਉਹ ਤੁਹਾਨੂੰ ਆਪਣੇ ਪੱਲਿਓਂ ਜੇਬ ਰਾਹੀਂ ਦੇਣਾ ਪੈਣਾ ਜੀ। ਕਹਿਣ ਦਾ ਭਾਵ ਆ ਜੀ ਕਿ ਆਪਣੇ ਘਰ ਨੂੰ ਸੁਰੱਖਿਅਤ ਬਣਾਓ, ਆਪਣੇ ਘਰ ਨੂੰ ਠੋਸ ਬਣਾਓ ਅਤੇ ਸਰਕਾਰ ਦੇ ਕੋਲੋਂ ਪੈਸੇ ਲਓ। ਘਰ ਦੇ ਕੈਮਰੇ ਲਾਏ ਹੋਣ ਜਾਂ ਫਿਰ ਦਰਵਾਜ਼ੇ ਗਰਿੱਲਾਂ ਲਵਾਉਣੀਆਂ ਹੋਵੇ, ਸਰਕਾਰ ਇਹ 'ਚ ਪੈਸੇ ਦਿੰਦੀ ਹੈ। ਘਰ ਦੇ ਵਿੱਚ ਨਵਾਂ ਸਮਾਨ ਖਰੀਦਿਆ, ਕਹਿਣ ਦਾ ਮਤਲਬ ਤੁਸੀਂ ਪੁਰਾਣਾ ਘਰ ਲਿਆ ਜੀ, ਉਹਨੂੰ ਠੀਕ ਠਾਕ ਕਰਕੇ ਉਹ 'ਤੇ ਲੱਖ ਰੁਪਈਆ ਐਗਜ਼ਾਮਪਲ ਦੇ ਲਈ ਲਾਤਾ ਤਾਂ 50,000 ਤੁਹਾਨੂੰ ਮਿਲ ਜਾਣਾ, ਅਤੇ ਉਹ ਜੋ 50,000 ਤੁਹਾਨੂੰ ਮਿਲਣਾ 10 ਸਾਲਾਂ ਦੇ ਵਿੱਚ ਮਿਲਣਾ। ਹਰ ਸਾਲ ਜਿਸ ਟਾਈਮ ਤੁਸੀਂ ਸੈਤੇ ਤਰੈਂਤਾ ਕਰਨੀ ਆ, ਤੁਹਾਨੂੰ ਹਰ ਸਾਲ ਉਹਦਾ 10% ਇਸ ਹਿਸਾਬ ਦੇ ਨਾਲ ਮਿਲਣਾ ਜੀ। ਅਗਲੇ ਅਪਡੇਟ ਵੱਲ ਚੱਲਦੇ, ਬੋਨਸਾਂ ਬਾਰੇ ਆਪਾਂ ਬਹੁਤ ਗੱਲ ਕਰ ਲਈ। ਮੋਂਤੇ ਪਾਸਕੀ ਦੀ ਸੇਨਾ ਜਿਹੜੀ ਬੈਂਕ ਆ ਜੀ, ਇਹਦੇ ਵਿੱਚ 5500 ਬੰਦਾ ਕੰਮ ਕਰ ਰਿਹਾ, ਜਿਹੜਾ ਕਿ ਜਿਨ੍ਹਾਂ ਦੇ 150 ਸਪੁਰਤੈਲੀ ਜਿਨ੍ਹਾਂ ਕਿ ਸਪੁਰਤੈਲ ਹੁੰਦਾ ਜਿੱਥੇ ਬੰਦੇ ਜਾ ਕੇ ਗੱਲਬਾਤ ਕਰਦੇ ਹੁੰਦੇ ਪੈਸੇ ਕਢਾਉਣੇ ਜਾਂ ਫਿਰ ਜਮ੍ਹਾਂ ਕਰਾਉਣੇ। ਯੂਨੀਕ੍ਰੈਡਿਟ ਜਿਹੜੀ ਬੈਂਕ ਆ ਇਹਦੇ ਨਾਲ ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਹੋਣ ਜਾ ਰਿਹਾ। ਸਮਝੌਤਾ ਕਿ ਯੂਨੀਕ੍ਰੈਡਿਟ ਮੋਂਤੇ ਪਾਸਕੀ ਦੀ ਸੇਨਾ ਨੂੰ ਖਰੀਦਣ ਜਾ ਰਹੀ ਹੈ, ਅਤੇ ਯੂਨੀਕ੍ਰੈਡਿਟ ਦੇ 30 ਮੈਨੇਜਰ ਆ, ਇਹਨਾਂ ਦੇ ਹੱਥ ਦੇ ਵਿੱਚ ਇਹ 5500 ਬੰਦਿਆਂ ਦੀ ਜਾਨ ਆ। ਜਿੱਦਾਂ ਇਹ ਜੇ ਉਹ ਚਾਹਣ ਤਾਂ ਇਹਨਾਂ ਨੂੰ ਘਰ ਛੱਡ ਸਕਦੇ ਆ, ਜੇ ਉਹ ਚਾਹਣ ਇਹਨਾਂ ਨੂੰ ਰੱਖ ਸਕਦੇ ਆ। ਅਤੇ 3,60,000 360,000 licenziamenti ਦੱਸਿਆ ਜਾ ਰਿਹਾ ਕਿ ਯੂਰਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਬੈਂਕਾਂ ਦੇ ਫੇਲ ਹੋਣ ਦੇ ਨਾਲ ਜੇਕਰ ਲਾਸਟਲੇ 10 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਬੈਂਕਾਂ ਦੇ ਵਿੱਚ 3,60,000 ਬੰਦਿਆਂ ਨੂੰ ਕੰਮਾਂ ਤੋਂ ਕੱਢਿਆ ਗਿਆ, ਕਿਉਂਕਿ ਇੱਕ ਬੈਂਕ ਫੇਲ ਹੋ ਜਾਂਦੀ, ਦੂਸਰੀ ਬੈਂਕ ਉਹਨੂੰ ਵੱਡੀ ਖਰੀਦ ਲੈਂਦੀ, ਉੱਤੇ ਕਬਜ਼ਾ ਕਰ ਲੈਂਦੀ ਆ। ਪਰ ਇਟਲੀ ਦੇ ਵਿੱਚ ਕੁਛ ਇਸ ਹਿਸਾਬ ਦੇ ਨਾਲ ਜੇਕਰ ਕੋਈ ਬੰਦਾ ਦੂਸਰੀ ਬੈਂਕ ਦੇ ਵਿੱਚ ਚੱਲ ਜਾਂਦਾ ਆ, ਬੈਂਕ ਨੂੰ ਖਰੀਦਿਆ ਜਾਂਦਾ ਤਾਂ ਉਹਨੂੰ ਬੈਂਕ ਨੂੰ ਕੱਢ ਦਿੱਤਾ ਜਾਵੇ ਤਾਂ ਫਿਰ ਵੀ ਉਹਨੂੰ ਘੱਟ ਤੋਂ ਘੱਟ 7-8 ਮਹੀਨੇ, ਕਈ ਵੇਲੇ ਤਾਂ ਸਾਲ ਵੀ ਅਸੀਂ ਰੱਖ ਸਕਦੇ ਹਾਂ, ਜਿਹੜੀ ਉਹਦੀ ਤਨਖਾਹ ਆ 80% ਉਹਨੂੰ ਤਨਖਾਹ ਮਿਲਦੀ ਹੀ
ਰਹਿੰਦੀ ਹੈ ਜੀ। ਅਤੇ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਯੂਨੀਕਰੇਡਰ ਦੇ ਹੁਣ ਇਸ ਟਾਈਮ 1400 ਤੋਂ ਉੱਤੇ ਜਿਹੜੇ ਇਹਨਾਂ ਦੇ ਸਪੁਰਦੈਲੀ ਹੈ ਜਿੱਥੋਂ ਇਹ ਪੈਸੇ ਕੱਢ ਸਕਦੇ ਆ, ਅਤੇ 1250 ਇਹਨਾਂ ਦਾ ਮੁੰਤੇ ਪਾਸਕੀ ਜਿਹੜੀ ਸੀ ਨਾ ਇਹਨਾਂ ਦੇ ਬਣ ਸਕਦੇ ਆ। ਹੁਣ ਯੂਨੀਕਰੇਡਿਟ ਵਾਲਿਆਂ ਦਾ ਜੇਕਰ ਇਹਨਾਂ ਦਾ ਸੰਧੀ ਹੋ ਜਾਂਦੀ ਆ ਤਾਂ ਇਹ ਵੀ ਹੋ ਸਕਦਾ ਕਿ ਦੋਵੇਂ ਬੈਂਕਾਂ ਚੱਲਣ ਪਰ ਨਾਮ ਇੱਕ ਹੋ ਜਾਵੇ। ਇਹ ਹੋ ਸਕਦਾ ਕਿ ਬੰਦਿਆਂ ਨੂੰ ਸਾਰਿਆਂ ਨੂੰ ਕੱਢ ਦਿੱਤਾ ਜਾਵੇ। ਹੁਣ ਫਿਲਹਾਲ ਕੁਝ ਵੀ ਦੱਸਣਾ ਮੁਸ਼ਕਿਲ, ਆਉਣ ਵਾਲੇ ਦਿਨਾਂ ਦੇ ਵਿੱਚ ਹੀ ਫੈਸਲਾ ਹੋਣਾ ਕਿ 5500 ਬੰਦਾ ਯੂਨੀਕਰੇਡਿਟ ਦੀ ਬੈਂਕ ਅੰਡਰ ਜਾਂਦਾ ਕਿ ਸਰਕਾਰ ਦੇ ਖਾਤੇ 'ਚ ਜਾਂਦਾ, ਸਰਕਾਰ ਨੂੰ ਪੈਸੇ ਦੇਣੇ ਪੈਣੇ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਫਰੀਕਾ ਦੇ ਵਿੱਚ ਇੱਕ 15 ਸਾਲ ਦੀ ਮਿਲਾਨ ਦੀ ਕੁੜੀ ਆ ਜੋ ਕਿ ਛੁੱਟੀ ਮਨਾਉਣ ਗਏ ਸੀ, ਉਹਦੇ ਨਾਲ ਸ਼ੋਸ਼ਣ ਕੀਤਾ ਗਿਆ ਪਾਰਕ ਦੇ ਵਿੱਚ। ਸ਼ੋਸ਼ਣ ਕਰਨ ਵਾਲਾ ਕੋਈ ਹੋਰ ਨਹੀਂ, ਉਹ ਵੀ ਇੱਕ 16 ਸਾਲ ਦਾ ਮੁੰਡਾ ਹੀ ਸੀ ਅਤੇ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਜੀ। ਅਗਲਾ ਜੋ ਆਪਣਾ ਅਪਡੇਟ ਹੈ ਜੀ ਫੈਰਾਰਾ ਤੋਂ ਆ ਰਿਹਾ। ਫੈਰਾਰਾ ਐਮੀਲੀਆ ਰੋਮਾਨੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਕੰਮ 'ਤੇ ਹਾਦਸਾ ਹੋਇਆ। ਕੰਮ ਜਿਹੜਾ ਜੀ ਇਹ ਸੀ ਟਮਾਟਰਾਂ ਦੀ ਫੈਕਟਰੀ ਹੈ। ਟਮਾਟਰਾਂ ਦੀ ਫੈਕਟਰੀ ਦੇ ਵਿੱਚ ਇੱਕ ਹਾਦਸਾ ਹੋਇਆ ਜਿੱਥੇ 4 ਜਿਹੜੇ ਕਰਮਚਾਰੀ ਆ, 4 ਲੇਬਰ ਦੇ ਬੰਦੇ ਆ, ਗੈਸ ਲੀਕ ਹੋਣ ਦੇ ਕਾਰਨ ਉੱਥੇ ਅੱਗ ਲੱਗੀ ਆ ਜੀ। ਉਹਨਾਂ ਦੇ ਜਿਹੜੇ ਅੱਗ ਦੀਆਂ ਲਪੇਟਾਂ ਦੇ ਵਿੱਚ ਆ ਗਏ ਨੇ। ਦੱਸਿਆ ਜਾ ਰਿਹਾ ਕਿ ਹੱਥ ਅਤੇ ਬਾਂਹ ਉਹਨਾਂ ਦੇ ਜਿਹੜੇ ਗੈਸ ਲੱਗ ਗਈ ਹੈ। ਬਾਹਾਂ ਅਤੇ ਹੱਥ ਜਲਣ ਦੇ ਨਾਲ ਇਹਨਾਂ ਨੂੰ ਫਿਰ ਹੌਸਪੀਟਲ ਦੇ ਵਿੱਚ ਲੈ ਕੇ ਗਏ ਨੇ, 118 ਨੰਬਰ ਦੇ ਵਿੱਚ ਹੌਸਪੀਟਲ 'ਚ ਲੈ ਕੇ ਗਏ। ਅਤੇ ਹੁਣ ਫਿਲਹਾਲ ਇਹਨਾਂ ਦੀ ਜਿਹੜੀ ਇਸ ਟਾਈਮ ਮੋਦਨਾ ਹੌਸਪੀਟਲ 'ਚ ਰੱਖੇ ਗਏ ਨੇ। ਇਸ ਟਾਈਮ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਜਿਹੜੀ ਹਾਲਾਤ ਨੇ, ਇਹਨਾਂ ਦੀ ਜਿਹੜੀ ਸਿਚੁਏਸ਼ਨ ਆ ਨੋਰਮਲ ਆ, ਕੁਛ ਕ੍ਰਿਟੀਕਲ ਨਹੀਂ ਹੈਗੀ, ਪਰ ਅੱਗ ਕਾਫੀ ਇਹਨਾਂ ਨੂੰ ਲੱਗ ਗਈ ਹੈ ਜੀ। ਪੂਲੀਆ ਦੇ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਔਰਤ ਕੋਈ ਹੋਰ ਨਹੀਂ, ਇੱਕ ਬੱਚੇ ਦੀ ਮਾਂ ਸੀ। ਇਸ ਇੱਦਾਂ ਕਿਉਂ ਕਹਿ ਰਹੇ ਜੀ? ਇਸ ਕਰਕੇ ਕਹਿ ਰਹੇ ਜੀ, ਇਸ ਨੂੰ ਗ੍ਰਿਫਤਾਰ ਕਰਨ ਦਾ ਕਾਰਨ ਇਹ ਸੀ, ਇੱਕ 34 ਸਾਲ ਦੀ ਕੁੜੀ 34 ਸਾਲ ਦੀ ਔਰਤ ਜੋ ਪੂਲੀਆ ਦੇ ਵਿੱਚ ਰਹਿਣ ਵਾਲੀ ਹੈ, ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਜਨਮ ਦੇਣ ਤੋਂ ਬਾਅਦ ਹੀ ਉਸ ਨੂੰ ਮਾਰਨ ਲੱਗੀ ਸੀ। ਇੱਕ ਗਾਰਡਨ ਦੇ ਵਿੱਚ ਛੱਡਣ ਲੱਗੀ ਸੀ ਅਤੇ ਉੱਥੇ ਛੱਡ ਕੇ ਜਾਣੀ ਦੌੜਨ ਲੱਗੀ ਸੀ। ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ। ਪੁਲਿਸ ਵਾਲਿਆਂ ਨੇ ਮੌਕੇ 'ਤੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ। ਅਤੇ ਇਹ ਜਿਹੜਾ ਬੱਚਾ ਸੀ ਜਿਹੜਾ ਇਸ ਟਾਈਮ ਜੰਮਿਆ ਸੀਗਾ, ਉਸ ਤੋਂ ਬਾਅਦ ਜਿਹੜੀ ਜੰਮੀ ਆ, ਅਤੇ ਇਹਨੂੰ ਹੁਣ ਸਪੈਸ਼ਲ ਜਿਹੜੀਆਂ ਸਰਵਿਸਾਂ ਹੁੰਦੀਆਂ ਉਹਨਾਂ ਨੂੰ ਦੇ ਦਿੱਤਾ ਜਾਣਾ। ਤਾਂ ਉਸ ਤੋਂ ਬਾਅਦ ਜਿਹੜਾ ਇਹਦੀ ਅਡੋਪਸ਼ਨ ਆ, ਜੋ ਕਿ ਇਹਨੂੰ ਗੋਦ ਲੈਣ ਦੀ ਜਿਹੜੀ ਸਿਲਸਿਲਾ ਇਟਲੀ ਦੇ ਵਿੱਚ ਜਿਹੜੇ ਮਿਲੀਅਰਦਾਰੀ ਹੁੰਦੇ ਆ, ਕਰੋੜਪਤੀ ਹੁੰਦੇ, ਉਹ ਵੀ ਹੁਣ ਸਾਹਮਣੇ ਆਉਣਗੇ ਕਿਉਂਕਿ ਇੱਦਾਂ ਦੀ ਸਿਚੁਏਸ਼ਨਾਂ ਦੇ ਵਿੱਚ ਉਹੀ ਆ ਕੇ ਸਾਹਮਣੇ ਇੱਦਾਂ ਦੇ ਇਹ ਜਿਹੜੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਉਹਨਾਂ ਨੂੰ ਅਡੋਪਟ ਕੀਤਾ ਜਾਂਦਾ ਹੈ ਜੀ। ਗਰਮੀਆਂ ਆ ਗਈਆਂ ਜੀ, ਛੁੱਟੀਆਂ ਦਾ ਮੌਸਮ ਆ, ਸਾਰੇ ਪਾਸੇ ਛੁੱਟੀਆਂ ਹੋ ਰਹੀਆਂ, ਚਾਹੇ ਫਿਰ ਮੀਂਹ ਪੈ ਰਿਹਾ ਜਾਂ ਜੋ ਸਿਚੁਏਸ਼ਨ ਮਰਜ਼ੀ, ਪਰ ਲੋਕ ਛੁੱਟੀਆਂ 'ਤੇ ਜਾ ਰਹੇ ਆ। ਪਰ ਇਸ ਟਾਈਮ ਛੁੱਟੀਆਂ 'ਤੇ ਤਾਂ ਲੋਕ ਜਾ ਰਹੇ ਆ, ਬਾਰਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਘੁੰਮ ਰਹੇ ਆ। ਪੁਲਿਸ ਵਾਲੇ ਵੀ ਹੁਣ ਇਸ ਟਾਈਮ ਜ਼ਰੂਰ ਆਪਣੇ ਜਿਹੜੇ ਗੇੜੇ ਮਾਰ ਰਹੇ ਜੀ, ਭਲਵਾਨੀ ਗੇੜੀ ਉਹਨਾਂ ਦੀ ਵੀ ਬਣਦੀ ਹੀ ਕਿਉਂ ਨਹੀਂ, ਕਿਉਂਕਿ ਉਹਨਾਂ ਨੇ 888 ਜਗ੍ਹਾ 'ਤੇ ਕੰਟਰੋਲ ਕੀਤਾ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ 250 ਤੋਂ ਉੱਤੇ 258 ਇੱਦਾਂ ਦੇ ਬਾਰ ਰੈਸਟੋਰੈਂਟ ਲੱਭੇ ਆ, ਜਿਨ੍ਹਾਂ ਦੇ ਵਿੱਚ ਜਿਹੜਾ ਖਾਣ ਪੀਣ ਦਾ ਸਮਾਨ ਸੀ, ਜਿਹੜਾ ਚੀਪੋ ਜਿਹਨੂੰ ਅਸੀਂ ਕਹਿੰਦੇ ਖਾਣ ਪੀਣ ਦਾ ਸਮਾਨ, ਐਕਸਪਾਇਰ ਹੋਇਆ ਸੀ, ਪੁਰਾਣਾ ਸੀ, ਦੁਬਾਰਾ ਯੂਜ਼ ਕੀਤਾ ਜਾ ਰਿਹਾ ਸੀ। ਫਿਲਹਾਲ ਆਇਡੈਂਟੀਟੀ ਜਿਹੜੇ ਬੰਦੇ ਇਹ ਯੂਜ਼ ਕਰ ਰਹੇ ਸੀਗੇ, ਪੁਰਾਣਾ ਸਮਾਨ ਹੀ ਘੋਲ ਕੇ ਖਲਾਈ ਪਿਲਾਈ ਜਾ ਰਹੇ ਸੀਗੇ, ਜਾਂ ਐਕਸਪਾਇਰਡ ਸਮਾਨ ਹੀ ਖਲਾਈ ਪਿਲਾਏ ਜਾ ਰਹੇ ਸੀ, ਜਾਂ ਫਿਰ ਰਸੋਈਆਂ ਦੇ ਵਿੱਚ, ਕਿਚਨ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਸੀਗਾ। ਇਹ ਜਿਹੜਾ ਉਹਨਾਂ ਨੇ ਆਇਡੈਂਟੀਟੀ ਇਹਨਾਂ ਦੇ ਸਾਰਿਆਂ ਦੀ ਲੁਕੋ ਕੇ ਰੱਖੀ ਹੈ ਜੀ, ਗੁਪਤ ਰੱਖੀ ਹੈ ਜੀ। ਪਰ ਜਿੱਦਾਂ ਇਹਦੇ ਬਾਰੇ ਕੁਝ ਖਬਰ ਮਿਲਦੀ ਹੈ ਇਹ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਪੂਲੀਆ ਤੋਂ ਹੀ ਇੱਕ ਹੋਰ ਅਪਡੇਟ ਆ ਰਿਹਾ ਜੀ। ਪੂਲੀਆ ਦੇ ਵਿੱਚ ਕੁਛ ਜਿਹੜੇ ਬੰਦੇ ਆ, ਤਕਰੀਬਨ 70 ਬੰਦੇ ਸੀਗੇ, ਇਕੱਠੇ ਹੋਏ ਸੀ। ਪਿੰਡ ਦਾ ਨਾਮ ਆ ਜੀ ਜ਼ੋਨੀਅਮ ਦੇ ਵਿੱਚ ਬੰਦੇ ਇਕੱਠੇ ਹੋਏ ਸੀਗੇ, ਆਪਣਾ ਪ੍ਰੇਗੇਰਾ ਕਰਨ ਦੇ ਲਈ, ਅਰਦਾਸ ਕਰਨ ਦੇ ਲਈ, ਰੱਬ ਨੂੰ ਦੁਆ ਕਰਨ ਦੇ ਲਈ ਇਕੱਠੇ ਹੋਏ ਸਨ। ਅਤੇ ਉਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 20 ਬੰਦੇ ਪੋਜ਼ੀਟਿਵ ਆਏ, ਅਤੇ 20 ਪੋਜ਼ੀਟਿਵ ਹੋਣ ਦੇ ਨਾਲ 70 ਦੇ 70 ਜਿਹੜੇ ਇਕੱਠੇ ਹੋਏ ਸਨ, ਇਹਨਾਂ ਨੂੰ ਹੁਣ ਕੁਆਰੰਟਾਈਨ ਕਰ ਦਿੱਤਾ ਗਿਆ ਜੀ। ਇੰਗਲੈਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਲਾਸਟਲੇ 24 ਘੰਟਿਆਂ ਦੇ ਵਿੱਚ ਤਕਰੀਬਨ 29,312 ਨਵਾਂ ਕੇਸ ਆਇਆ ਜੀ। ਅਤੇ ਜਿਹੜੇ ਲਾਸਟਲੇ 24 ਘੰਟਿਆਂ ਦੇ ਵਿੱਚ ਜਿਹੜੇ ਡੈਲਟਾ ਵਾਰੀਅੰਟ ਦੇ ਕੇਸ ਆ, ਕਾਫੀ ਹੱਦ ਤੱਕ ਘਟਦੇ ਰਹੇ ਨੇ ਜੀ। ਅਤੇ ਜੌਨਸਨ ਐਂਡ ਜੌਨਸਨ ਆ, ਜਿਹੜੇ ਜੌਨਸਨ ਆਪਣੇ ਬੋਰਿਸ ਜੌਨਸਨ ਆ ਜੀ ਇੰਗਲੈਂਡ ਦੇ, ਉਹ ਕਹਿ ਰਹੇ ਨੇ ਕਿ ਜਿਨ੍ਹਾਂ ਦੀ ਉਮਰ 16 ਸਾਲ ਤੋਂ ਉੱਤੇ ਆ ਬੱਚਿਆਂ ਦੀ, ਉਹ ਉਹਨਾਂ ਦੇ ਘਰ ਦੇ ਉਹਨਾਂ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਕਿ ਉਹ ਵੈਕਸੀਨ ਲਵਾਉਣ ਅਤੇ ਡਾਕਟਰਾਂ ਦੇ ਉੱਤੇ ਵਿਸ਼ਵਾਸ ਰੱਖਣ ਜੀ। ਅਤੇ ਜਿਹੜੇ ਪੂਰਵ ਰਾਸ਼ਟਰਪਤੀ ਅਮਰੀਕਾ ਦੇ, ਜਿਨ੍ਹਾਂ ਦਾ ਨਾਮ ਬਰਾਕ ਓਬਾਮਾ ਜੀ, ਉਹਨਾਂ ਨੇ ਆਪਣੇ 60 ਸਾਲ ਪੂਰੇ ਹੋਣ ਦਾ ਜਿਹੜਾ ਫੈਸਲਾ ਸੀ, ਕੁੰਪਲਿਆਂ ਨੂੰ ਜਿਹੜਾ ਬਰਥਡੇ ਪਾਰਟੀ ਸੀ, ਜਨਮ ਦਿਨ ਦਾ ਜਿਹੜਾ
ਉਹਨਾਂ ਨੇ ਰੱਦ ਕਰ ਦਿੱਤਾ ਜੀ। ਕਹਿੰਦੇ ਜੀ ਕੋਵਿਡ ਦੇ ਕਾਰਨ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ। 4 ਅਗਸਤ ਨੂੰ 500 ਬੰਦਾ ਉਹਨੇ ਰੱਖਿਆ ਸੀਗਾ, ਜਿਹਨੂੰ ਆਪਣੇ ਜਨਮ ਦਿਨ ਦੀ ਪਾਰਟੀ ਦੇ ਵਿੱਚ ਬੁਲਾਉਣਾ ਸੀਗਾ। ਇੱਥੇ 200 ਬੰਦਾ ਜਿਹੜਾ ਸਿਕਿਉਰਿਟੀ ਵਾਲਾ ਸੀਗਾ ਦੇ ਵਿੱਚ ਕੋਵਿਡ ਮੈਨੇਜਰ ਵੀ ਸਨ। ਫਿਰ ਉਹਨਾਂ ਨੇ ਜਿਹੜਾ ਇਹਨੂੰ ਰੱਦ ਕਰਨਾ ਹੀ ਠੀਕ ਸਮਝਿਆ ਜੀ। ਅਤੇ ਪਲੈਰਮੋ ਦੇ ਵਿੱਚ ਇੱਕ ਹੋਰ ਹਾਦਸਾ ਹੋਇਆ ਜੀ। ਇੱਕ ਪੋਜ਼ਿਟਿਵ ਬੰਦਾ, ਇੱਕ ਕੋਵਿਡ ਪੋਜ਼ਿਟਿਵ ਮਰੀਜ਼ ਸੀਗਾ ਪਲੈਰਮੋ ਦੇ ਹੌਸਪੀਟਲ ਦੇ ਵਿੱਚ। ਜਿਸ ਟਾਈਮ ਉਹਨੂੰ ਪਤਾ ਲੱਗਾ ਕਿ ਉਹ ਪੋਜ਼ਿਟਿਵ ਆ, ਉਹਨੇ ਹੌਸਪੀਟਲ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ। ਜਿਸ ਹੌਸਪੀਟਲ ਤੋਂ ਉਹਨੇ ਸੁਸਾਈਡ ਕੀਤਾ ਜੀ, ਖੁਦਕੁਸ਼ੀ ਕੀਤੀ, ਉਸ ਹੌਸਪੀਟਲ ਦਾ ਨਾਮ l'Ospedale Cervello ਸੀ। ਅਤੇ ਜਿੰਨੀਆਂ ਵੀ ਇਟਲੀ ਦੀਆਂ ਸਟੇਟਾਂ ਨੇ ਜੀ, ਇਹਨਾਂ ਨੂੰ ਸਟੇਟਾਂ ਨੇ, ਪਿੰਡ ਨੇ, ਇਹਨਾਂ ਨੂੰ 450 ਮਿਲੀਅਨ €, ਦਿੱਤਾ ਜਾਣਾ ਤਾਂ ਜੋ ਜਿਹੜਾ ਟਰਾਂਸਪੋਰਟ ਵਾ ਸਤੰਬਰ ਸ਼ੁਰੂ ਹੋਣ ਵਾਲਾ ਆ, ਅਗਲੇ ਮਹੀਨੇ ਸਕੂਲ ਜਿਹੜੇ ਸ਼ੁਰੂ ਹੋਣ ਵਾਲੇ, ਇਸ ਕਰਕੇ ਬੱਸਾਂ ਦੇ ਵਿੱਚ ਆਵਾਜਾਈ ਦੇ ਵਿੱਚ, ਪਬਲਿਕ ਟਰਾਂਸਪੋਰਟ ਦੇ ਵਿੱਚ ਇਹ ਵਧਾਵਾ ਕਰਨ ਅਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੱਸਾਂ ਖਰੀਦਣ ਜਾਂ ਕੁਛ ਕਰਨ ਤਾਂ ਜੋ ਸਟੂਡੈਂਟਾਂ ਨੂੰ ਸਕੂਲਾਂ ਦੇ ਵਿੱਚ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਜੀ। ਇੰਡੀਆ ਦਾ ਅਪਡੇਟ ਦੇਖਦੇ ਹਾਂ ਜੀ। ਇੰਡੀਆ ਦੇ ਵਿੱਚ ਲਾਸਟਲੇ 24 ਘੰਟੇ ਦੇ ਵਿੱਚ 42,665 ਨਵਾਂ ਕੇਸ ਰਜਿਸਟਰ ਹੋਇਆ, 562 ਬੰਦਿਆਂ ਦੀ ਮੌਤ ਹੋਈ ਹੈ। ਇੰਡੀਆ ਦੇ ਵਿੱਚ ਬਹੁਤ ਹੱਦ ਤੱਕ ਹੁਣ ਸੁਧਾਰ ਹੋ ਚੁੱਕਾ ਜੀ। ਵੈਕਸੀਨੇਸ਼ਨ ਦਾ ਵੀ ਜੇ ਅਸੀਂ ਗੱਲ ਕਰੀਏ, ਦੁਨੀਆ ਦੇ ਵਿੱਚ ਇੰਡੀਆ ਦੂਸਰੇ ਨੰਬਰ 'ਤੇ ਹੈ ਜਿਹੜਾ ਜੇ ਵੈਕਸੀਨ ਦੀ ਹੀ ਗੱਲ ਕੀਤੀ ਜਾਵੇ। ਤਾਂ ਉਸ ਤੋਂ ਬਾਅਦ ਜੇ ਕੇਸਾਂ ਦੀ ਗੱਲ ਕਰੀਏ ਤਾਂ ਕੇਸਾਂ ਦੀ ਜਿਹੜੀ ਗਿਣਤੀ ਕਾਫੀ ਹੱਦ ਤੱਕ ਹੁਣ ਘੱਟ ਚੁੱਕੀ ਹੈ ਜੀ। ਪਹਿਲਾਂ 3-3 ਲੱਖ 4-4 ਲੱਖ ਆਉਂਦੇ ਸੀਗੇ ਅਤੇ ਹੁਣ ਜਿਹੜੇ ਕੇਸਾਂ ਦੀ ਗਿਣਤੀ ਕਾਫੀ ਘੱਟ ਗਈ ਆ। ਵੈਕਸੀਨ ਦੇਖੀਏ ਤਾਂ ਇੰਡੀਆ ਨੇ ਦੁਨੀਆ ਦੇ ਵਿੱਚ ਜੇ ਚਾਈਨਾ ਤੋਂ ਬਾਅਦ ਦੂਸਰੇ ਨੰਬਰ 'ਤੇ ਇੰਡੀਆ ਹੈ, ਉਸ ਤੋਂ ਬਾਅਦ ਯੂਰਪਾਂ ਦਾ ਜੀ। ਇੰਡੀਆ ਨੇ ਜੀ 485 ਮਿਲੀਅਨ ਤੋਂ ਉੱਤੇ ਜਿਹੜੇ ਬੰਦਿਆਂ ਦੇ ਵੈਕਸੀਨ ਲਾ ਦਿੱਤੀ ਹੈ ਜੀ। ਅਤੇ ਜਿਹੜਾ ਪਹਿਲਾ ਡੋਜ਼ ਆ ਅਤੇ 107 ਮਿਲੀਅਨ ਦੇ ਉੱਤੇ ਜਿਹੜਾ ਇਹਨਾਂ ਨੇ ਦੂਸਰਾ ਡੋਜ਼ ਲਾ ਦਿੱਤਾ ਇੰਡੀਆ ਨੇ ਆਪਣਾ ਵੈਕਸੀਨ ਦਾ। ਅਤੇ ਇਹਦੇ ਨਾਲ ਅੱਜ ਦੀਆਂ ਜੋ ਖਬਰਾਂ ਨੇ ਇੱਥੇ ਸਮਾਪਤ ਹੁੰਦੀਆਂ ਜੀ। ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।